डेरा सिरसा ਦਾ ਮੈਨੇਜਰ ਸੀ ਰਣਜੀਤ ਸਿੰਘ, ਉਸ ਦੇ ਕਤਲ ਦਾ ਕੇਸ ਚੱਲ ਰਿਹਾ ਸੀ, ਜਿਸ ਦੀ ਕਿ ਅੱਜ ਸੀਬੀਆਈ ਕੋਰਟ ਵੱਲੋਂ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਤਾਂ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਤਸਵੀਰ ਦੇਖੋ, ਬਹੁਤ ਚਰਚਿਤ ਮਾਮਲਾ ਹੈ ਜਿਹੜਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਜਿਹੜੇ ਮੈਨੇਜਰ ਰਹੇ ਨੇ ਰਣਜੀਤ, ਜਿਨ੍ਹਾਂ ਦਾ ਮਰਡਰ ਹੋਇਆ। ਬਹੁਤ ਵੱਡਾ ਵਿਵਾਦ ਮਚਿਆ ਸੀ, ਲੋਕਾਂ ਦੀ ਆਵਾਜ਼ ਉੱਠੀ ਜਾ ਰਹੀ ਸੀ। ਉਸ ਮਾਮਲੇ ਨੂੰ ਇਹ ਸਭ ਤੋਂ ਪਹਿਲਾਂ ਪੱਤਰਕਾਰ ਜਿਹੜੇ ਰਾਮਚੰਦਰ ਛਤਰਪਤੀ ਆ ਉਹਨਾਂ ਨੇ ਉਜਾਗਰ ਕੀਤਾ, ਜਿੱਥੋਂ ਤੋਂ ਅਸਲੀ ਜਿਹੜਾ ਡੇਰਾ ਮੁਖੀ ਤੇ ਜਾਂ ਡੇਰੇ ਦੇ ਬਾਰੇ ਜਿਹੜੀਆਂ ਗੱਲਾਂ ਨਿਕਲ ਕੇ ਬਾਹਰ ਆਉਣ ਲੱਗੀਆਂ, ਉਹ ਪੱਤਰਕਾਰ ਰਾਮਚੰਦਰ ਛਤਰਪਤੀ ਸੀ। ਉਸ ਦਾ ਵੀ ਜਿਹੜਾ ਉੱਥੇ ਕਤਲ ਕਰ ਦਿੱਤਾ ਗਿਆ। ਉਹਨਾਂ ਦੋ ਮਾਮਲਿਆਂ ਦੇ ਵਿੱਚ ਪਹਿਲਾਂ ਹੀ ਜਿਹੜੇ ਗੁਰਮੀਤ ਰਾਮ ਰਹੀਮ ਨੇ ਉਹ ਕਤਲ ਦੀ ਜਿਹੜੀ ਸਜ਼ਾ ਉਹ ਭੁਗਤ ਰਹੇ ਨੇ, ਉਮਰ ਕੈਦ ਦੀ ਸਜ਼ਾ ਭੁਗਤ ਰਹੇ ਨੇ। ਹੁਣ ਜਿਹੜਾ ਇਹ ਫਾਰਮਰ ਮੈਨੇਜਰ ਨੇ ਰਣਜੀਤ, ਇਹਨਾਂ ਦਾ ਮਾਮਲੇ 'ਚ ਵੀ 12 ਅਕਤੂਬਰ ਨੂੰ ਜਿਹੜਾ ਅਦਾਲਤ ਨੇ ਫੈਸਲਾ ਸੁਣਾਉਣਾ, ਦੋਸ਼ੀ ਘੋਸ਼ਿਤ ਕਰਦਾ। ਪਰ ਜਿੱਥੇ ਤੱਕ ਸਮਝਿਆ ਜਾਂਦਾ, ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਮਰਡਰ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਦੀ ਲਗਭਗ ਹੋ ਜਾਂਦੀ ਹੈ। ਸੁਪਰੀਮ ਕੋਰਟ ਵੱਲੋਂ ਤਾਂ ਆਦੇਸ਼ ਆ ਗਏ ਉੱਧਰ, ਪਰ ਨਾਲ ਦੀ ਨਾਲ ਹੀ ਅੰਬਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਉੱਥੇ ਵੀ ਕਿਸਾਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਇਹ ਸਭ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜਸਵੀਰ ਸਿੰਘ, ਜਿਹੜੀ ਸੁਪਰੀਮ ਕੋਰਟ ਦਾ ਜਿੱਥੇ ਤੱਕ ਤੁਸੀਂ ਮਾਮਲੇ ਦੀ ਗੱਲ ਕੀਤੀ ਆ, ਸੁਪਰੀਮ ਕੋਰਟ ਨੇ ਉੱਥੇ ਜਿਹੜੀ ਕਿਸ ਅਪੀਲ ਪਾਈ ਹੈ, ਪੀਆਈਐਲ ਪਾਈ ਕਿਸੇ ਵਿਅਕਤੀ ਵੱਲੋਂ, ਤੇ ਸੀਬੀਆਈ ਉਹਨੇ ਸੁਪਰੀਮ ਕੋਰਟ ਨੇ ਉਹਦਾ ਨੋਟਿਸ ਵੀ ਲਿੱਤਾ ਹੈ। ਤੇ ਚੰਗੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਇਸ ਘਟਨਾ ਨੂੰ ਕਈ ਦਿਨਾਂ ਬਾਅਦ ਨੋਟਿਸ ਲਿੱਤਾ। ਜੋ ਕੁਝ ਹਰਿਆਣੇ ਦੇ ਵਿੱਚ ਹੋ ਰਿਹਾ ਉਹ ਸੱਤਾ ਧਿਰ ਦੀ ਇਸ਼ਾਰੇ ਪਰ ਹੋ ਰਿਹਾ, ਸਰਕਾਰ ਦੇ ਇਸ਼ਾਰੇ ਪਰ ਹੋ ਰਿਹਾ। ਉਸ ਕਰਕੇ ਹੁਣ ਕਿਸਾਨਾਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਆ। ਆਪਾਂ ਕਈ ਵਾਰੀ ਪਹਿਲਾਂ ਵੀ ਕਹਿ ਚੁੱਕੇ ਆ ਕਿ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਆ ਉਹ ਕਿਸਾਨਾਂ ਨੂੰ ਪ੍ਰਵੋਕ ਕਰ ਰਹੀ ਹੈ। ਚਾਹੇ ਉਹ ਦਿੱਲੀ ਬੈਠੇ ਨੇ, ਚਾਹੇ ਟਿੱਕਰੀ ਬਾਰਡਰ 'ਤੇ ਬੈਠੇ ਨੇ, ਚਾਹੇ ਸਿੰਘੂ ਬਾਰਡਰ 'ਤੇ ਬੈਠੇ ਨੇ, ਚਾਹੇ ਗਾਜੀਪੁਰ ਬਾਰਡਰ ਬੈਠੇ ਨੇ, ਚਾਹੇ ਪੰਜਾਬ ਦੀਆਂ ਹੋਰ ਥਾਵਾਂ 'ਤੇ ਬੈਠੇ ਨੇ, ਹਰਿਆਣੇ 'ਚ ਬੈਠੇ ਨੇ। ਕਿਸਾਨਾਂ ਨੂੰ ਜਿਹੜੇ ਬੀਜੇਪੀ ਦੇ ਲੀਡਰ ਆ ਉਹ ਪ੍ਰਵੋਕ ਕਰ ਰਹੇ ਨੇ ਕਿ ਇਹ ਪ੍ਰਵੋਕ ਹੋ ਕੇ ਕੋਈ ਅਜਿਹਾ ਕਦਮ ਚੁੱਕਣ ਤਾਂ ਕਿ ਸਰਕਾਰ ਨੂੰ ਕਾਰਵਾਈ ਕਰਨ ਵਾਸਤੇ ਇੱਕ ਮੌਕਾ ਮਿਲ ਜਾਵੇ, ਇੱਕ ਐਕਸ਼ਨ ਲੈਣ ਦੇ ਵਿੱਚ, ਇੱਕ ਸਟੈਪ ਚੱਕਣ ਦੇ ਵਿੱਚ ਕੋਈ ਮੌਕਾ ਮਿਲੇ। ਕਿਸਾਨਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਘਿਰਾਓ ਕੀਤਾ ਗਿਆ ਸੀ ਤੇ ਕੱਲ ਉਹਨਾਂ ਨੇ ਕਾਫੀ ਜਦੋਜਹਿਦ ਤੋਂ ਬਾਅਦ ਬੈਰੀਕੇਡ ਵੀ ਤੋੜ ਤੇ ਅੱਗੇ ਵੀ ਵੱਧ ਗਏ, ਤੇ ਉਸ ਤੋਂ ਬਾਅਦ ਹੁਣ ਕੁਝ ਫੈਸਲੇ ਵੀ ਆਏ ਨੇ, ਤੇ ਉਹ ਸਭ ਕੀ ਨੇ ਮਿਲਦੇ? ਦੇਖੋ, ਇਹ ਗੱਲ ਕੁਦਰਤੀ ਆ ਕਿ ਜਿਹੜੀ ਨਰਮਾ ਪੱਟੀ ਦੇ ਜਿਹੜੀ ਆਪਾਂ ਕਹਿੰਦੇ ਆ ਬਠਿੰਡਾ ਗਿੱਦੜਬਾਹਾ ਦੀ ਜਿਹੜੀ ਬੈਲਟ ਆ, ਜਿਹਨੂੰ ਨਰਮਾ ਪੱਟੀ ਦੇ ਰੂਪ ਵਿੱਚ ਜਾਣਿਆ ਜਾਂਦਾ, ਉੱਥੇ ਗੁਲਾਬੀ ਸੁੰਡੀ ਨੇ ਹਮਲਾ ਕੀਤਾ। ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ। ਕਈ ਖਾਸ ਕਰਕੇ ਉਹਨਾਂ ਕਿਸਾਨਾਂ ਦਾ ਤੇ ਵੱਡੀ ਮਾਰ ਪਈ ਆ ਜਿਨ੍ਹਾਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਉੱਥੇ ਨਰਮਾ ਬੀਜਿਆ ਹੋਇਆ ਸੀਗਾ। ਨਰਮੇ ਨੇ ਜਿਹੜੀ ਸੁੰਡੀ ਪਈ ਆ ਉਹਨੇ ਬਿਲਕੁਲ ਨਰਮਾ ਤਬਾਹ ਕਰ ਦਿੱਤਾ। ਉਹਨਾਂ ਨੂੰ ਇਸੇ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਉਹ ਆਪਣਾ ਠੇਕੇ ਦੀ ਜਿਹੜੀ ਭਰਪਾਈ ਆ ਉਹ ਕਿਵੇਂ ਕਰਨਗੇ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਸਵੀਰ ਸਿੰਘ ਸਵਾਗਤ ਕਰਦਾ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ। ਸਪੈਸ਼ਲ ਰਿਪੋਰਟ ਵਿੱਚ ਅਸੀਂ ਗੱਲ ਕਰਾਂਗੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ, ਜਿਨ੍ਹਾਂ ਬਾਰੇ ਵਿਸਥਾਰ ਨਾਲ ਸਾਡੇ ਨਾਲ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਜੈ ਸਿੰਘ ਛਿੱਬਰ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਜਸਵੀਰ ਜੀ। ਹਾਂਜੀ ਸਰ, ਤੇ ਸਰ ਅੱਜ ਜੋ ਸਭ ਤੋਂ ਪਹਿਲਾ ਮੁੱਦਾ ਜਿਸ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਡੇਰਾ ਸਿਰਸਾ ਦਾ ਜੋ ਮੁਖੀ ਸੀ ਰਾਮ ਰਹੀਮ, ਉਸ ਦੇ ਨਾਲ ਜੁੜਿਆ ਹੋਇਆ ਹੈ। ਤੇ ਉਸ ਦੇ ਉੱਤੇ ਉਸਦਾ ਜੋ ਡੇਰਾ ਸਿਰਸਾ ਦਾ ਮੈਨੇਜਰ ਸੀ ਰਣਜੀਤ ਸਿੰਘ, ਉਸ ਦੇ ਕਤਲ ਦਾ ਕੇਸ ਚੱਲ ਰਿਹਾ ਸੀ, ਜਿਸ ਦੀ ਕਿ ਅੱਜ ਸੀਬੀਆਈ ਕੋਰਟ ਵੱਲੋਂ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਤਾਂ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ? ਜਸਵੀਰ ਦੇਖੋ, ਬਹੁਤ ਚਰਚਿਤ ਮਾਮਲਾ ਹੈ ਜਿਹੜਾ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਜਿਹੜੇ ਮੈਨੇਜਰ ਰਹੇ ਨੇ ਰਣਜੀਤ, ਜਿਨ੍ਹਾਂ ਦਾ ਮਰਡਰ ਹੋਇਆ। ਬਹੁਤ ਵੱਡਾ ਵਿਵਾਦ ਮਚਿਆ ਸੀ ਕਿਉਂਕਿ ਇਹ ਉੱਥੇ ਇੱਕ ਸਾਧਵੀ ਸੀਗੀ ਜਿਹਨੇ ਉੱਥੇ ਦੇ ਸਾਧਵੀਆਂ ਨਾਲ ਯੋਨ ਸ਼ੋਸ਼ਣ ਹੋਣ ਦਾ ਮਾਮਲਾ ਚੱਕਿਆ ਸੀਗਾ। ਇੱਕ ਗੁਪਤ ਚਿੱਠੀ ਹੈ ਜਿਹੜੀ ਉਦੋਂ ਦੇ ਪ੍ਰਧਾਨ ਮੰਤਰੀ ਨੂੰ ਭੇਜੀ, ਹੋਰ ਜਿਹੜੇ ਵੱਡੇ ਅਧਿਕਾਰੀ, ਤੇ ਉਹ ਤੋਂ ਬਾਅਦ ਇਹ ਮਾਮਲਾ ਬਹੁਤ ਵੱਡਾ ਭਖਿਆ ਸੀਗਾ, ਚਰਚਾ ਦੇ ਵਿੱਚ ਆਇਆ। ਕਿਉਂਕਿ ਡੇਰਾ ਦੇ ਜਿਹੜੇ ਚੀਫ ਨੇ ਉਹ ਆਪਣੇ ਆਪ ਦੇ ਵਿੱਚ ਉਹਨਾਂ ਦੀ ਇੱਕ ਬਹੁਤ ਵੱਡੀ ਸਲਤਨਤ ਆ, ਪੈਰੋਕਾਰ ਤੇ ਵੱਡੇ ਉਹਨਾਂ ਦੇ ਚੇਲੇ ਸੀਗੇ।
ਜਿਹਦੇ ਕਰਕੇ ਕਿਤੇ ਨਾ ਕਿਤੇ ਇੱਕ ਉਹਨਾਂ ਦੀ ਤੂਤੀ ਬੋਲਦੀ ਸੀ। ਖਾਸ ਕਰਕੇ ਰਾਜਨੀਤਿਕ ਹਲਕਿਆਂ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਦਾ ਕੋਈ ਵੀ ਵੱਡਾ ਆਗੂ ਅਜਿਹਾ ਨਹੀਂ ਜਿਹੜਾ ਜਾ ਕੇ ਉਸ ਗੁਰਮੀਤ ਰਾਮ ਰਹੀਮ ਦੇ ਚਰਨਾਂ ਦੇ ਵਿੱਚ ਜਾ ਕੇ ਨਹੀਂ ਡਿੱਗਿਆ ਹੋਵੇ, ਕਿਉਂਕਿ ਵੱਡਾ ਵੋਟ ਬੈਂਕ ਹੋਣ ਕਰਕੇ ਹਰ ਪਾਰਟੀ ਨੇ ਉੱਥੇ ਆਪਣੇ ਆਪ ਨੂੰ ਨਤਮਸਤਕ ਹੋਣਾ ਜ਼ਰੂਰੀ ਸਮਝਿਆ ਤਾਂ ਕਿ ਕਿਤੇ ਨਾ ਕਿਤੇ ਉਹਦਾ ਰਾਜਸੀ ਲਾਭ ਆ ਜਿਹੜਾ ਲਿਆ ਜਾ ਸਕੇ। ਹੁਣ ਇਹ 10 ਜੁਲਾਈ 2002 ਨੂੰ ਜਿਹੜਾ ਡੇਰਾ ਦੇ ਮੈਨੇਜਰ ਰਹੇ ਨੇ ਰਣਜੀਤ, ਉਹਨਾਂ ਦੀ ਮੌਤ ਹੁੰਦੀ ਆ। ਉਹਦੇ ਵਿੱਚ ਜਿਹੜੇ ਉਦੋਂ ਦੇ ਇੱਕ ਹੋਰ ਮੈਨੇਜਰ ਸੀਗੇ ਕ੍ਰਿਸ਼ਨ ਲਾਲ, ਅਵਤਾਰ ਸਿੰਘ ਤੇ ਜਸਵੀਰ ਤੇ ਸ਼ਬਦਿਲ ਤੇ ਇੱਕ ਜਿਹੜੇ ਡੇਰਾ ਮੁਖੀ ਨੇ ਗੁਰਮੀਤ ਰਾਮ, ਇਹਨਾਂ 5 ਜਣਿਆਂ ਨੂੰ ਅੱਜ ਜਿਹੜੀ ਪੰਚਕੂਲਾ ਦੀ CBI ਕੋਰਟ ਆ ਉਹਨਾਂ ਨੇ ਦੋਸ਼ੀ ਆ ਜਿਹੜਾ ਘੋਸ਼ਿਤ ਕਰ ਦਿੱਤਾ, ਕਸੂਰਵਾਰ ਮੰਨ ਲਿਆ ਹੱਤਿਆ ਦੇ ਮਾਮਲੇ ਤੇ। ਜਿਹੜੀ ਸਜ਼ਾ ਹੈ ਉਹ 12 ਅਕਤੂਬਰ ਨੂੰ ਸੁਣਾਈ ਜਾਵੇਗੀ। ਇਸ ਦਾ ਮਤਲਬ ਹੁਣ ਇਹ ਤੈਅ ਹੋ ਗਿਆ ਕਿ ਬਾਬੇ ਨੂੰ ਇੱਕ ਸਜ਼ਾ ਜਿਹੜੀ ਹੋਰ ਮਿਲਣ ਵਾਲੀ ਆ। ਹਾਲਾਂਕਿ ਉਹ 2 ਮਾਮਲਿਆਂ ਦੇ ਵਿੱਚ ਜਿਹੜਾ ਸਾਧਵੀਆਂ ਦੇ ਨਾਲ ਯੌਨ ਸ਼ੋਸ਼ਣ ਹੋਇਆ ਉਸ ਮਾਮਲੇ ਦੇ ਵਿੱਚ ਇੱਕ ਪੱਤਰਕਾਰ ਰਾਮਚੰਦਰ ਜਿਹੜਾ ਛਤਰਪਤੀ ਆ ਉਹਦੀ ਮੌਤ ਹੋਈ ਸੀ, ਜਿਸ ਨੇ ਸਭ ਤੋਂ ਪਹਿਲਾਂ ਉਸ ਪੱਤਰਕਾਰ ਨੇ ਡੇਰੇ ਦੇ ਵਿੱਚ ਜਿਹੜੀਆਂ ਬੇਨਿਯਮਾਂ ਹੁੰਦੀਆਂ ਤੀਆਂ ਜਾਂ ਲੋਕਾਂ ਨਾਲ ਧੱਕੇਸ਼ਾਹੀ ਹੁੰਦੀ ਤੀ, ਲੋਕਾਂ ਦੇ ਜਿਹੜੇ ਹੱਕ ਹਕੂਕ ਤੇ ਜਾਂ ਲੋਕਾਂ ਦੇ ਅਧਿਕਾਰਾਂ ਨੂੰ ਜਿਹੜਾ ਕੁਚਲਿਆ ਜਾ ਰਿਹਾ ਸੀ, ਲੋਕਾਂ ਦੀ ਆਵਾਜ਼ ਘੁੱਟੀ ਜਾ ਰਹੀ ਸੀ, ਉਸ ਮਾਮਲੇ ਨੂੰ ਇਹ ਸਭ ਤੋਂ ਪਹਿਲਾਂ ਪੱਤਰਕਾਰ ਜਿਹੜੇ ਰਾਮਚੰਦਰ ਛਤਰਪਤੀ ਆ ਉਹਨਾਂ ਨੇ ਉਜਾਗਰ ਕੀਤਾ, ਜਿੱਥੋਂ ਤੋਂ ਅਸਲੀ ਜਿਹੜਾ ਡੇਰਾ ਮੁਖੀ ਤੇ ਜਾਂ ਡੇਰੇ ਦੇ ਬਾਰੇ ਜਿਹੜੀਆਂ ਗੱਲਾਂ ਨਿਕਲ ਕੇ ਬਾਹਰ ਆਉਣ ਲੱਗੀਆਂ ਉਹ ਪੱਤਰਕਾਰ ਰਾਮਚੰਦਰ ਛਤਰਪਤੀ ਸੀ। ਉਸ ਦਾ ਵੀ ਜਿਹੜਾ ਉੱਥੇ ਕਤਲ ਕਰ ਦਿੱਤਾ ਗਿਆ। ਤਾਂ ਉਹਨਾਂ 2 ਮਾਮਲਿਆਂ ਦੇ ਵਿੱਚ ਪਹਿਲਾਂ ਹੀ ਜਿਹੜੇ ਗੁਰਮੀਤ ਰਾਮ ਰਹੀਮ ਨੇ ਉਹ ਕਤਲ ਦੀ ਜਿਹੜੀ ਸਜ਼ਾ ਹੈ ਉਹ ਭੁਗਤ ਰਹੇ ਨੇ, ਉਮਰ ਕੈਦ ਦੀ ਸਜ਼ਾ ਭੁਗਤ ਰਹੇ ਨੇ। ਹੁਣ ਜਿਹੜਾ ਇਹ ਫਾਰਮਰ ਮੈਨੇਜਰ ਨੇ ਰਣਜੀਤ, ਇਹਨਾਂ ਦਾ ਮਾਮਲੇ 'ਚ ਵੀ 12 ਅਕਤੂਬਰ ਨੂੰ ਜਿਹੜਾ ਅਦਾਲਤ ਨੇ ਫੈਸਲਾ ਸੁਣਾਉਣਾ, ਦੋਸ਼ੀ ਘੋਸ਼ਿਤ ਕਰਦਾ। ਪਰ ਜਿੱਥੇ ਤੱਕ ਸਮਝਿਆ ਜਾਂਦਾ, ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਮਰਡਰ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਦੀ ਲਗਭਗ ਹੋ ਜਾਂਦੀ ਆ। ਇਹ ਆਮ ਤੌਰ 'ਤੇ ਕਤਲ ਦੇ ਮਾਮਲੇ ਦੇ ਵਿੱਚ ਜਿਹੜਾ ਜੱਜ ਆ ਉਹ ਉਮਰ ਕੈਦ ਦੀ ਸਜ਼ਾ ਸੁਣਾਉਂਦਾ। ਹੁਣ ਇਹਨਾਂ 2 ਮਾਮਲਿਆਂ ਦੇ ਵਿੱਚ ਪਹਿਲਾਂ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਆ। ਹੁਣ ਜੱਜ ਇਸ ਮਾਮਲੇ ਦੇ ਵਿੱਚ ਅਲੱਗ ਤੋਂ ਸਜ਼ਾ ਸੁਣਾਉਂਦਾ ਕਿ ਜਿਹੜੀਆਂ ਬਾਕੀ ਸਜ਼ਾਵਾਂ ਚੱਲਦੀਆਂ ਉਹਨਾਂ ਦੇ ਇਹ ਸਜ਼ਾ ਨਾਲ ਚੱਲੇਗੀ। ਇਹ ਦੇਖਣ ਵਾਲੀ ਗੱਲ ਹੋਵੇਗੀ। ਜੇ ਤਾਂ ਇਹ ਅਲੱਗ ਤੋਂ ਸਜ਼ਾ ਹੋਈ ਫਿਰ ਤਾਂ ਤੁਸੀਂ ਇਹ ਸਮਝੋ ਕਿ ਜਿਹੜੀਆਂ ਉਹ ਸਜ਼ਾਵਾਂ ਚੱਲਦੀਆਂ ਉਹ ਸਜ਼ਾਵਾਂ ਪਹਿਲਾਂ ਪੂਰੀਆਂ ਹੋਣਗੀਆਂ, ਉਹ ਤੋਂ ਬਾਅਦ ਫਿਰ ਇਹ ਰਣਜੀਤ ਸਿੰਘ ਮਰਡਰ ਕੇਸ ਵਾਲੀ ਇਹ ਸਜ਼ਾ ਚਾਲੂ ਹੋਵੇਗੀ। ਜੇਕਰ ਜੱਜ ਇਹ ਗੱਲ ਕਹਿ ਦਿੰਦਾ ਹੈ ਕਿ ਇਹ ਬਾਕੀ ਸਜ਼ਾਵਾਂ ਦੇ ਨਾਲ ਚੱਲੇਗੀ ਤਾਂ ਇੱਕ ਤਰ੍ਹਾਂ ਨਾਲ ਜਿਹੜੀਆਂ ਦੋਵੇਂ ਉਹ ਹੈਗੀਆਂ ਸਜ਼ਾਵਾਂ ਪਹਿਲਾਂ ਚੱਲ ਰਹੀਆਂ ਜਿਨ੍ਹਾਂ 'ਚ ਉਹ ਸਜ਼ਾ ਭੁਗਤ ਰਹੇ ਨੇ ਤੇ ਉਹਨਾਂ ਦੇ ਨਾਲ ਹੋ ਗਈ ਤਾਂ ਇਹ ਉਹਨਾਂ ਦੇ ਨਾਲ ਬਰਾਬਰ ਚੱਲੇਗੀ, ਘੱਟ ਹੋ ਜਾਏਗੀ। ਹੁਣ ਆਪਾਂ ਇਹ ਮੰਨ ਕੇ ਚੱਲ ਰਿਹਾ ਕਿ ਗੁਰਮੀਤ ਰਾਮ ਰਹੀਮ ਦੀ ਜਿਹੜੀ ਬਚਦੀ ਉਮਰ ਆ ਉਹ ਲਗਭਗ ਜੇਲ੍ਹਾਂ ਦੇ ਵਿੱਚ ਹੀ ਕੱਟੀ ਜਾਵੇਗੀ, ਭਾਵੇਂ ਕਿ ਪਿਛਲੇ ਮਹੀਨਿਆਂ ਦੇ ਦੌਰਾਨ ਜਿਹੜੀ ਹਰਿਆਣੇ ਦੀ BJP ਦੀ ਸਰਕਾਰ ਆ ਉਹਨਾਂ ਨੂੰ ਬਾਹਰ ਲਿਆਉਣ ਦੇ ਯਤਨ ਕੀਤੇ, ਚਾਹੇ ਮੈਡੀਕਲ ਦੇ ਬਹਾਨੇ ਚਾਹੇ ਪੈਰੋਲ ਦੇਣ ਦੇ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਹਰਿਆਣੇ ਦੇ ਵਿੱਚ ਜਿਹੜੀਆਂ ਵੋਟਾਂ ਉਹ ਆਉਣੀਆਂ, ਉਹਦਾ ਕਿਤੇ ਨਾ ਕਿਤੇ ਰਾਜਸੀ ਲਾਹਾ ਜਿਹੜਾ ਮਿਲ ਸਕਦਾ। ਰਾਜਸਥਾਨ ਦੇ ਵਿੱਚ ਲਾਹਾ ਲੈ ਸਕਦੇ ਨੇ ਜਾਂ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆਉਣੀਆਂ, ਉਹਨਾਂ ਨੂੰ ਲੈ ਕੇ ਇਹਨਾਂ ਨੂੰ ਜਿਹੜੀ ਪੈਰੋਲ ਦੇਣ ਦਾ ਯਤਨ ਕੀਤਾ ਗਿਆ, ਬਾਹਰ ਕੱਢਣ ਦਾ ਯਤਨ ਕੀਤਾ ਗਿਆ ਤੇ ਮੈਡੀਕਲ ਦੀ ਜਿਹੜੀ ਸੁਵਿਧਾ ਹੈ ਉਹਦੇ ਵਿੱਚ ਦਿੱਲੀ ਦੇ ਜਿਹੜੇ ਹਸਪੀਟਲ ਤੇ ਉੱਥੇ ਲੈ ਕੇ ਗਏ ਸੀਗੇ। ਦੇਖੋ ਇੱਕ ਕੋਈ ਵੀ ਕੈਦੀ ਆ ਉਹਦਾ ਇਹ ਅਧਿਕਾਰ ਵੀ ਹੈ ਕਿ ਜਦੋਂ ਉਹਨੂੰ ਕੋਈ ਸਿਹਤ ਬਿਮਾਰ ਹੋਵੇ, ਉਹਦੀ ਸਿਹਤ ਇਜਾਜ਼ਤ ਨਾ ਦੇਵੇ ਤਾਂ ਉਹਦਾ ਇਲਾਜ ਕਰਵਾਇਆ ਜਾਣਾ। ਉਦੋਂ ਵੀ ਜਦੋਂ ਬਾਹਰ ਲੈ ਕੇ ਗਏ ਉਹਦਾ ਵੱਡਾ ਵਿਵਾਦ ਵੀ ਖੜਾ ਹੋਇਆ ਸੀਗਾ। ਪਰ ਇਹ ਇੱਕ ਕੈਦੀ ਦਾ ਜਿਹੜਾ ਰਾਈਟ ਆ ਜੇਲ੍ਹ ਮੈਨੂਅਲ ਦੇ ਮੁਤਾਬਕ, ਜਦੋਂ ਉਹਨਾਂ ਨੂੰ ਕੋਈ ਬਿਮਾਰੀ ਆਉਂਦੀ ਆ, ਕੋਈ ਦੁੱਖ ਤਕਲੀਫ ਹੁੰਦੀ ਆ ਤਾਂ ਉਹਦਾ ਇਲਾਜ ਕਰਾਇਆ ਜਾਣਾ। ਹੁਣ ਇਹ ਰਣਜੀਤ ਕਤਲ ਕੇਸ ਦਾ ਜਿਹੜਾ 2002 ਦੇ ਵਿੱਚ ਮਰਡਰ ਹੋਇਆ, ਫਿਰ 2003 ਨੂੰ ਇਹਦੇ ਵਿੱਚ ਜਿਹੜੀ CBI ਆ ਉਹਨਾਂ ਨੇ ਇਹਦੀ ਇਨਕੁਆਰੀ ਆ ਜਿਹੜੀ ਸ਼ੁਰੂ ਕੀਤੀ ਆ, FIR ਦਰਜ ਕੀਤੀ ਆ। ਉਹ ਤੋਂ ਬਾਅਦ ਤੁਸੀਂ ਦੇਖ ਲਓ 2003 ਤੋਂ ਬਾਅਦ ਹੁਣ 21 ਹੋ ਗਿਆ, ਤਕਰੀਬਨ 18 ਸਾਲ ਹੋ ਗਏ। 18 ਸਾਲ ਬਾਅਦ ਇੱਕ ਤਰ੍ਹਾਂ ਦਾ ਇਹ ਜਿਹੜਾ ਫੈਸਲਾ ਉਹ ਆ ਰਿਹਾ। 18 ਸਾਲ ਦੇ ਵਿੱਚ ਇਹ ਕਿਹਾ ਜਾਂਦਾ ਕਿ ਬੱਚਾ ਇੱਕ ਜੰਮ ਕੇ ਬਾਲਗ ਹੋ ਜਾਂਦਾ ਹੈ। 18 ਸਾਲ ਦਾ ਸਮਾਂ ਬਹੁਤ ਵੱਡਾ ਜਿਹੜਾ ਸਮਾਂ ਹੈ, ਕਿਉਂਕਿ ਹੁਣ ਤੱਕ ਕਿਤੇ ਨਾ ਕਿਤੇ
ਪ੍ਰਭਾਵ ਹੋਣ ਕਰਕੇ, ਇਹ ਡੇਰਾ ਮੁਖੀ ਪ੍ਰਭਾਵ ਹੋਣ ਕਰਕੇ ਆਪਣੀ ਜਿਹੜੀ ਤਾਕਤ ਆ, ਆਪਣੀ ਉਹ ਤਾਕਤ ਦਾ, ਸਲਤਨਤ ਦਾ ਫਾਇਦਾ ਲੈਂਦੇ ਰਹੇ। ਪਰ ਫਿਰ ਵੀ ਸੱਚ ਸੱਚ ਹੁੰਦਾ, ਝੂਠ ਝੂਠ ਹੁੰਦਾ, ਨਿਆਂ ਉਹ ਮਿਲਦਾ। ਕਿਹਾ ਜਾਂਦਾ ਕਿ ਰੱਬ ਦੇ ਘਰ ਦੇ ਵਿੱਚ ਦੇਰ ਹੈ ਹਨੇਰ ਨਹੀਂ। ਇਸ ਕਰਕੇ ਇਹਨਾਂ ਨੂੰ ਹੁਣ ਜਦੋਂ 2 ਮਾਮਲਿਆਂ ਦੇ ਵਿੱਚ ਪਹਿਲਾਂ ਸਜ਼ਾ ਹੋ ਚੁੱਕੀ ਆ, ਹੁਣ ਤੀਜੇ ਮਾਮਲੇ ਦੇ ਵਿੱਚ ਵੀ ਇਹ ਦੋਸ਼ੀ ਘੋਸ਼ਿਤ ਹੋ ਚੁੱਕੇ ਨੇ ਤੇ ਜੱਜ ਵੱਲੋਂ 12 ਤਰੀਕ ਨੂੰ ਜਿਹੜੀ ਸਜ਼ਾ ਸੁਣਾਈ ਜਾਵੇਗੀ ਉਹ ਅਹਿਮ ਹੋਵੇਗੀ। ਜੱਜ ਕੀ ਫੈਸਲਾ ਲੈਂਦੇ ਨੇ, ਕੀ ਸਜ਼ਾ ਸੁਣਾਉਂਦੇ ਨੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਹਾਂਜੀ ਸਰ। ਤੇ ਸਰ ਆਪਣਾ ਪਿਛਲੇ ਦਿਨੀ ਲਖੀਮਪੁਰ ਖੀਰੀ ਦੀ ਜੋ ਘਟਨਾ ਵਾਪਰੀ ਸੀ, ਕਾਫੀ ਚਰਚਾ ਵਿੱਚ ਰਹੀ, ਉਹ ਆਮ ਸਿਆਸਤ ਵੀ ਕਾਫੀ ਭਖੀ ਉਸ 'ਤੇ। ਤੇ ਹੁਣ ਸੁਪਰੀਮ ਕੋਰਟ ਵੱਲੋਂ ਸਰਕਾਰ ਨੂੰ ਕਿਹਾ ਗਿਆ ਕਿ ਤੁਸੀਂ ਮਤਲਬ ਕਿ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਕੋਈ ਮਾਮਲਾ ਦਰਜ ਕਿਉਂ ਨਹੀਂ ਕੀਤਾ, ਜਾਂ ਇਸ ਦੀ ਜੋ ਜਾਂਚ ਹੈ ਉਸ ਨੂੰ ਕੀਤਾ ਜਾਵੇ। ਤਾਂ ਸੁਪਰੀਮ ਕੋਰਟ ਵੱਲੋਂ ਤਾਂ ਆਦੇਸ਼ ਆ ਗਏ ਉੱਧਰ, ਪਰ ਨਾਲ ਦੀ ਨਾਲ ਹੀ ਅੰਬਾਲਾ ਵਿੱਚ ਵੀ ਦੇਖਣ ਨੂੰ ਮਿਲਿਆ ਕਿ ਉੱਥੇ ਵੀ ਕਿਸਾਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਇਹ ਸਭ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜਸਵੀਰ ਸਿੰਘ, ਜਿਹੜੀ ਸੁਪਰੀਮ ਕੋਰਟ ਦਾ, ਜਿੱਥੇ ਤੱਕ ਤੁਸੀਂ ਮਾਮਲੇ ਦੀ ਗੱਲ ਕੀਤੀ ਆ, ਸੁਪਰੀਮ ਕੋਰਟ ਨੇ ਉੱਥੇ ਜਿਹੜੀ ਕਿਸ ਅਪੀਲ ਪਾਈ ਆ, PI ਪਾਈ ਕਿਸੇ ਵਿਅਕਤੀ ਵੱਲੋਂ, ਤੇ CBI ਉਹਨੇ, ਸੁਪਰੀਮ ਕੋਰਟ ਨੇ ਉਹਦਾ ਨੋਟਿਸ ਵੀ ਲਿੱਤਾ ਹੈ। ਤੇ ਚੰਗੀ ਗੱਲ ਆ ਕਿ ਸੁਪਰੀਮ ਕੋਰਟ ਨੇ ਇਸ ਘਟਨਾ ਨੂੰ ਕਈ ਦਿਨਾਂ ਬਾਅਦ ਨੋਟਿਸ ਲਿੱਤਾ। ਭਾਵੇਂ ਕਿ ਜਿਹੜਾ ਉੱਥੇ ਕਿਸਾਨਾਂ ਨੇ ਧਰਨੇ ਲਾਏ ਹੋਏ ਆ ਦਿੱਲੀ ਦੇ ਵਿੱਚ, ਉਹਨੂੰ ਲੈ ਕੇ ਵੀ ਸੁਪਰੀਮ ਕੋਰਟ ਆ ਜਿਹੜੀ ਮਾਮਲੇ ਦੀ ਸੁਣਵਾਈ ਕਰ ਰਹੀ ਆ। ਪਿਛਲੇ ਜਿਹੜੇ ਕੁਝ ਮਹੀਨਿਆਂ ਤੋਂ ਇਸ ਮਾਮਲੇ ਸੁਪਰੀਮ ਕੋਰਟ ਐਕਟਿਵ ਵੀ ਹੋਈ ਆ। ਸਵਾਲ ਪੈਦਾ ਇਹ ਹੁੰਦਾ ਹੈ ਕਿ ਜਿਹੜੀ ਯੂਪੀ ਪੁਲਿਸ ਆ ਉਹ ਆਪਣੀ ਜਾਂਚ ਨੂੰ, ਆਪਣੀ ਇਨਵੈਸਟੀਗੇਸ਼ਨ ਨੂੰ ਕਿਸ ਪਾਸੇ ਲੈ ਕੇ ਜਾ ਰਹੀ ਆ, ਕਿ ਉਹ ਸਹੀ ਮਾਇਨੇ 'ਚ ਇਨਵੈਸਟੀਗੇਸ਼ਨ ਕਰੇਗੀ ਜਾਂ ਨਹੀਂ ਕਰੇਗੀ। ਹੁਣ ਜਿਸ ਤਰ੍ਹਾਂ ਬਾਕੀ ਜਿਹੜੇ ਦੋਸ਼ੀ ਆ, ਉਹਨਾਂ 'ਚ 3 ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਤੇ ਜਿਹੜੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਬੇਟੇ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਣ ਭੇਜੇ ਗਏ ਨੇ, ਬੁਲਾਇਆ ਗਿਆ। ਉਹਨਾਂ ਨੂੰ ਕਿਉਂ ਗ੍ਰਿਫਤਾਰ ਨਹੀਂ ਕੀਤਾ ਗਿਆ? ਜਦੋਂ ਵਾਏ ਨੇ ਉਹਨਾਂ ਦੇ ਪਰ FIR ਦਰਜ ਕੀਤੀ ਗਈ ਆ, ਤਾਂ ਪੁਲਿਸ ਦੀ ਇਹ ਸਭ ਤੋਂ ਪਹਿਲਾਂ ਡਿਊਟੀ ਬਣਦੀ ਸੀ ਕਿ ਉਹਨਾਂ ਦੇ ਵੀ ਵਾਰੰਟ ਲਏ ਜਾਂਦੇ, ਰੇਡ ਮਾਰੀ ਜਾਂਦੀ, ਗ੍ਰਿਫਤਾਰ ਕੀਤਾ ਜਾਂਦਾ, ਉਹਨਾਂ ਨੂੰ ਪੁੱਛਗਿੱਛ ਵਿੱਚ ਬੁਲਾਇਆ ਜਾ ਰਿਹਾ। ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਹਲੇ ਵੀ ਜਿਹੜਾ ਪੁਲਿਸ ਦਾ ਰਵੱਈਆ, ਐਟੀਟਿਊਡ ਆ, ਉਹ ਕੇਂਦਰੀ ਮੰਤਰੀ ਪ੍ਰਤੀ ਦੇ ਇੱਕ ਨਰਮੀ ਵਾਲਾ ਰਵੱਈਆ। ਸੁਪਰੀਮ ਕੋਰਟ ਨੇ ਪੁੱਛਗਿੱਛ ਵਾਸਤੇ ਜਾਂ ਇਹ ਸਾਰੇ ਮਾਮਲੇ ਦਾ ਜਿਹੜਾ ਨੋਟਿਸ ਲਿਆ, ਪੁੱਛਿਆ ਕਿ ਇਹਦੇ 'ਚ ਕੀ ਕੀਤਾ ਜਾ ਰਿਹਾ। ਦੂਜੇ ਪਾਸੇ ਜਿਹੜੀ ਯੂਪੀ ਪੁਲਿਸ ਨੇ ਇੱਕ 1 ਮੈਂਬਰੀ ਕਮਿਸ਼ਨ ਆ, ਜਿਹੜਾ ਜਾਂਚ ਕਮੇਟੀ ਆ, ਜਿਹੜੀ ਕਹਿ ਲਓ ਕਮਿਸ਼ਨ, ਉਹ ਬਿਠਾਇਆ, ਜਿਹਨੂੰ ਜਿਹੜੇ ਕਿ ਕਿਸਾਨਾਂ ਨੇ ਰੱਦ ਕਰ ਦਿੱਤਾ ਗਿਆ ਕਿ 1 ਮੈਂਬਰੀ ਕਮਿਸ਼ਨ ਕੀ ਜਾਂਚ ਕਰੇਗਾ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿ ਰਹੇ ਨੇ ਕਿ ਇਹਦੇ ਵਿੱਚ ਜਿਹੜੇ 2 ਮੈਂਬਰ ਹੋਰ ਹੋਣੇ ਚਾਹੀਦੇ ਆ, ਤਾਂ ਕਿ ਨਿਰਪੱਖ ਜਾਂਚ ਆ ਸਾਹਮਣੇ ਆਵੇ, ਤੇ ਸੁਪਰੀਮ ਕੋਰਟ ਦੇ ਜਾਂ ਹਾਈ ਕੋਰਟ ਦੇ ਜਿਹੜੇ ਮੌਜੂਦਾ ਜੱਜ ਨੇ ਉਹਨਾਂ ਵੱਲੋਂ ਇਹ ਜਾਂਚ ਆ ਜਿਹੜੀ ਕਰਵਾਈ ਜਾਣੀ ਚਾਹੀਦੀ ਹੈ। ਇਹ ਸਾਰੀਆਂ ਵਿਰੋਧੀ ਧਿਰਾਂ ਜਿਹੜੀਆਂ ਆਪਣੀਆਂ ਆਵਾਜ਼ ਉਠਾ ਰਹੀਆਂ, ਚੁੱਕ ਰਹੀਆਂ ਕਿ ਇਸ ਮਾਮਲੇ ਦੇ ਵਿੱਚ ਜੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਹੈ, ਤਾਂ ਤੁਹਾਨੂੰ ਇਹ ਜਿਹੜੀ ਜਾਂਚ ਵਾਸਤੇ ਇੱਕ ਕਮਿਸ਼ਨ ਆ ਜਿਹੜਾ 1 ਮੈਂਬਰੀ ਦੀ ਬਜਾਏ ਹੋਰ ਉਹਦੇ ਵਿੱਚ ਵਾਧਾ ਕਰਨਾ ਚਾਹੀਦਾ। ਹੁਣ ਸੁਪਰੀਮ ਕੋਰਟ ਪੁੱਛ ਰਹੀ ਆ ਵੀ ਕੀ ਕੀਤਾ ਹੈ। ਠੀਕ ਹੈ ਕਿ ਉਹਦੇ ਵਿੱਚ ਮਾਮਲਾ ਗੰਭੀਰ ਲੈ ਲਿਆ, ਕਿਉਂਕਿ ਦੇਸ਼ ਭਰ ਦੇ ਵਿੱਚ ਪੂਰੇ ਵਿੱਚ ਹਾਲਾਤ ਇੱਦਾਂ ਦੇ ਬਣਦੇ ਜਾ ਰਹੇ ਨੇ। ਜਿਹੜੀਆਂ ਵਿਰੋਧੀ ਪਾਰਟੀਆਂ, ਰਾਜਨੀਤਿਕ ਪਾਰਟੀਆਂ ਦਾ ਜਿਹੜੀਆਂ ਵਹੀਰਾਂ ਘੱਤ ਕੇ ਉਹ ਲਖੀਮਪੁਰ ਵੱਲ ਨੂੰ ਜਾ ਰਹੇ ਨੇ। ਇਸ ਵਿੱਚ ਠੀਕ ਹੈ ਕਿ ਹੁਣ ਆਖਰ ਦੇ ਵਿੱਚ ਜਿਹੜੀ ਬੰਦੇ ਦੀ ਨਿਆਂ ਪ੍ਰਣਾਲੀ ਦੇ ਵਿੱਚ ਹੀ ਭਰੋਸਾ ਰਹਿੰਦਾ। ਤੇ ਹੁਣ ਗੱਲ ਤਾਂ ਇਹ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਨਿਰਪੱਖ ਰੋਲ ਅਦਾ ਕਰਦੀ ਆ ਜਾਂ ਨਹੀਂ ਕਰਦੀ, ਇਹ ਦੇਖਣ ਵਾਲੀ ਗੱਲ ਹੋਵੇਗੀ। ਕਿਉਂਕਿ ਪਿਛਲੇ ਲੰਬੇ ਸਮੇਂ ਦੌਰਾਨ ਜਿਹੜਾ ਅਦਾਲਤਾਂ ਦਾ ਐਟੀਟਿਊਡ ਰਿਹਾ, ਅਦਾਲਤਾਂ ਦਾ ਫੈਸਲਾ ਆਇਆ, ਉਹਨਾਂ ਨੇ ਲੋਕਾਂ ਨੇ ਸਵੀਕਾਰਿਆ ਨਹੀਂ ਹੈਗਾ। ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਤੋਂ ਉਲਟਾ ਜਿਹੜੇ ਕੁਝ ਫੈਸਲੇ ਆਏ ਸੀਗੇ, ਇਸ ਕਰਕੇ ਵੀ ਸੁਪਰੀਮ ਕੋਰਟ ਕਿਤੇ ਦਬਾਅ ਦੇ ਵਿੱਚ ਅਜਿਹਾ ਫੈਸਲਾ ਨਾ ਲਵੇ। ਇਸ ਕਰਕੇ ਹੁਣ ਜਿਹੜਾ ਤੁਸੀਂ ਅੰਬਾਲੇ ਵਾਲੀ ਘਟਨਾ ਦੀ ਗੱਲ ਕੀਤੀ ਹੈ, ਦੇਖੋ ਅੰਬਾਲੇ ਦੇ ਵਿੱਚ ਆਪਾਂ ਨੂੰ ਸਾਫ਼ ਸਪਸ਼ਟ ਪਤਾ ਲੱਗ ਰਿਹਾ ਹੈ ਕਿ ਜਿਹੜੀ ਹਰਿਆਣੇ ਦੀ ਸਰਕਾਰ ਆ, ਉਹ ਕਿਵੇਂ ਨਾ ਕਿਵੇਂ ਜਿਹੜੇ ਉੱਥੇ ਦੇ ਕਿਸਾਨ ਆ ਉਹਨਾਂ ਨੂੰ ਕੁਚਲਣਾ ਚਾਹੁੰਦੀ ਆ, ਕਿਸਾਨਾਂ ਦਾ ਜਿਹੜਾ ਸੰਘਰਸ਼ ਆ ਉਹਨੂੰ ਦਬਾਉਣਾ ਚਾਹੁੰਦੀ ਆ, ਫੇਲ ਕਰਨਾ ਚਾਹੁੰਦੀ ਆ, ਡੀਰੇਲ ਕਰਨਾ ਚਾਹੁੰਦੀ ਆ। ਜਦੋਂ ਹਰਿਆਣੇ ਦਾ ਮੁੱਖ ਮੰਤਰੀ ਇਹ ਗੱਲਾਂ ਕਹਿ ਦੇਵੇ ਕਿ ਜੈਸੇ ਕੋ ਤੈਸਾ, ਡੰਡੇ ਚੱਕੋ, 600-700 ਬੰਦਿਆਂ ਦਾ ਤੁਸੀਂ ਇੱਕ ਗਰੁੱਪ ਬਣਾ ਲਓ, ਗਰੁੱਪ ਬਣਾ ਕੇ ਲੜਾਈ ਲੜੋ, ਫਿਰ ਜੇਲ੍ਹ ਚਲੇ ਜਾਓ, ਜੇਲ੍ਹ ਜਾਓਗੇ ਤੁਸੀਂ ਵੱਡੇ ਲੀਡਰ ਬਣ ਕੇ ਬਾਹਰ ਨਿਕਲ ਕੇ ਆਉਂਗੇ,
ਜਦੋਂ ਇੱਕ ਮੁੱਖ ਮੰਤਰੀ ਜਿਹਨੇ ਸੰਵਿਧਾਨਕ ਅਹੁਦੇ ਦੀ ਸਹੁੰ ਚੁੱਕੀ ਆ ਕਿ ਮੈਂ ਬਿਨਾਂ ਕਿਸੇ ਭੇਦਭਾਵ ਤੋਂ ਨਿਰਪੱਖ ਹੋ ਕੇ ਦੇਸ਼ ਦੀ ਸੂਬੇ ਦੀ ਸੇਵਾ ਕਰਾਂਗਾ, ਇਹੋ ਜਿਹਾ ਕੋਈ ਕੰਮ ਨਹੀਂ ਕਰੂੰਗਾ ਜਿਹਦੇ ਨਾਲ ਸੂਬੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਸਾਦ ਹੋਵੇ ਜਾਂ ਜਾਣੇ ਅਣਜਾਣੇ 'ਚ ਅਜਿਹੀ ਕੰਮ ਨਹੀਂ ਕਰਾਂਗਾ ਜਿਹਦੇ ਨਾਲ ਉਹ ਲੋਕ ਵਿਰੋਧੀ ਹੋਣ, ਸੰਵਿਧਾਨ ਨੂੰ ਆਂਚ ਆਵੇ। ਪਰ ਜਿਹੜੀ ਉਹਨਾਂ ਦੀ ਭਾਸ਼ਾ ਹੈ ਜਾਂ ਸ਼ੈਲੀ ਆ ਉਹ ਕਿਵੇਂ ਦੀ ਹੋਊਗੀ। ਉਹਦੇ ਪਰਲਾ ਕਰਨਾਲ ਘਟਨਾ ਵਾਪਰੀ, ਕਰਨਾਲ ਐਸਡੀਐਮ ਕਹਿ ਰਿਹਾ ਹੈ ਕਿ ਇਹਨਾਂ ਦੇ ਸਿਰ ਫੋੜ ਦਿਓ। ਜਦੋਂ ਇੱਕ ਮੁੱਖ ਮੰਤਰੀ ਹੈ ਜਿਹੜਾ ਉਹਦੀ ਭਾਸ਼ਾ ਆਪਣੇ ਲੋਕਾਂ ਪ੍ਰਤੀ, ਆਪਣੇ ਕਿਸਾਨਾਂ ਪ੍ਰਤੀ ਕਾਫੀ ਘਟੀਆ ਕਹਿ ਸਕਦੇ ਆਪਾਂ ਜਾਂ ਭੜਕਾਊ ਭਾਸ਼ਣ ਵਾਲੀ ਹੋ ਸਕਿਆ, ਤਾਂ ਐਸਡੀਐਮ ਕਿਉਂ ਨਾ ਬੋਲੇ। ਇਹਦਾ ਸਿੱਧਾ ਇਸ਼ਾਰਾ ਇਹ ਹੈ ਕਿ ਜੋ ਕੁਝ ਹਰਿਆਣੇ ਦੇ ਵਿੱਚ ਹੋ ਰਿਹਾ ਹੈ ਉਹ ਸੱਤਾ ਧਿਰ ਦੀ ਇਸ਼ਾਰੇ ਪਰ ਹੋ ਰਿਹਾ, ਸਰਕਾਰ ਦੇ ਇਸ਼ਾਰੇ ਪਰ ਹੋ ਰਿਹਾ। ਉਸ ਕਰਕੇ ਹੁਣ ਕਿਸਾਨਾਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਆ। ਆਪਾਂ ਕਈ ਵਾਰੀ ਪਹਿਲਾਂ ਵੀ ਕਹਿ ਚੁੱਕੇ ਆ ਕਿ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਆ ਉਹ ਕਿਸਾਨਾਂ ਨੂੰ ਪ੍ਰਵੋਕ ਕਰ ਰਹੀ ਆ, ਚਾਹੇ ਉਹ ਦਿੱਲੀ ਬੈਠੇ ਨੇ, ਚਾਹੇ ਟਿੱਕਰੀ ਬਾਰਡਰ ਤੇ ਬੈਠੇ ਨੇ, ਚਾਹੇ ਸਿੰਘੂ ਬਾਰਡਰ ਤੇ ਬੈਠੇ ਨੇ, ਚਾਹੇ ਗਾਜੀਪੁਰ ਬਾਰਡਰ ਬੈਠੇ ਨੇ, ਚਾਹੇ ਪੰਜਾਬ ਦੀਆਂ ਹੋਰ ਥਾਵਾਂ ਤੇ ਬੈਠੇ ਨੇ, ਹਰਿਆਣੇ ਵਿੱਚ ਬੈਠੇ ਨੇ। ਕਿਸਾਨਾਂ ਨੂੰ ਜਿਹੜੇ ਬੀਜੇਪੀ ਦੇ ਲੀਡਰ ਆ ਉਹ ਪ੍ਰਵੋਕ ਕਰ ਰਹੇ ਨੇ ਕਿ ਇਹ ਪ੍ਰਵੋਕ ਹੋ ਕੇ ਕੋਈ ਅਜਿਹਾ ਕਦਮ ਚੁੱਕਣ ਤਾਂ ਕਿ ਸਰਕਾਰ ਨੂੰ ਕਾਰਵਾਈ ਕਰਨ ਵਾਸਤੇ ਇੱਕ ਮੌਕਾ ਮਿਲ ਜਾਵੇ, ਇੱਕ ਐਕਸ਼ਨ ਲੈਣ ਦੇ ਵਿੱਚ, ਇੱਕ ਸਟੈਪ ਚੱਕਣ ਦੇ ਵਿੱਚ ਕੋਈ ਮੌਕਾ ਮਿਲੇ। ਪਰ ਕਿਸਾਨਾਂ ਦਾ ਇਹ ਅੰਦੋਲਨ ਬਹੁਤ ਸ਼ਾਂਤਮਈ ਨਾਲ ਚੱਲਦਾ ਹੈ, ਚਾਹੇ ਕਿਸਾਨਾਂ ਦੀ ਲੀਡਰਸ਼ਿਪ ਹੋਵੇ, ਨੌਜਵਾਨ ਹੋਵੇ, ਧਰਨੇ 'ਚ ਸ਼ਾਮਲ ਹਰੇਕ ਲੋਕ ਬਹੁਤ ਸੰਜਮ ਨਾਲ ਚੱਲਦਾ। ਉਹ ਵੀ ਇਸ ਗੱਲ ਨੂੰ ਭਲੀ ਭਾਂਤ ਸਮਝ ਚੁੱਕੇ ਨੇ ਕਿ ਜਿਹੜੀ ਬੀਜੇਪੀ ਦੀ ਸਰਕਾਰ ਆ ਇਹ ਜਾਣ ਬੁੱਝ ਕੇ ਕਿਸਾਨੀ ਸੰਘਰਸ਼ ਨੂੰ ਡੀਰੇਲ ਕਰਨਾ ਚਾਹੁੰਦੀ ਆ, ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਆ। ਇਹੀ ਕਾਰਨ ਹੈ ਕਿ ਹੁਣ ਅੰਬਾਲੇ ਵਿੱਚ ਵੀ ਇਹ ਘਟਨਾ ਵਾਪਰੀ ਹੈ। ਬੀਜੇਪੀ ਦਾ ਇੱਕ ਸਿੱਧਾ ਤੋਂ ਸਿੱਧਾ ਮਨੋਰਥ ਆ, ਬੰਨ ਨਿਕਾਤੀ ਏਜੰਡਾ ਹੈ ਕਿ ਆਪਾਂ ਨੇ ਪੋਲਰਾਈਜੇਸ਼ਨ ਕਰਨੀ ਆ, ਵੋਟਾਂ ਦੀ ਵਰਗ ਵੰਡ ਕਰਨੀ ਹੈ ਕਿ ਵੋਟਾਂ ਦੀ ਵਰਗ ਵੰਡ ਕਿਵੇਂ ਹੋਵੇ। ਉਸ ਪਾਸੇ ਵੱਲ ਜਿਹੜੀ ਬੀਜੇਪੀ ਚੱਲੀ ਹੋਈ ਆ। ਇਹ ਬਾਕੀ ਸਾਡੀ ਕਿਸਾਨ ਧਿਰਾਂ ਜਿਹੜੀਆਂ ਸੂਬੇ ਦੀਆਂ ਜਿਹੜੀਆਂ ਹੋਰ ਸਮਾਜ ਸੇਵੀ ਜਥੇਬੰਦੀਆਂ, ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਉਹ ਜਿਹੜਾ ਬੀਜੇਪੀ ਜਾਲ ਬੁਣ ਰਹੀ ਆ, ਬੀਜੇਪੀ ਆਪਣੇ ਉਸ ਮਕਸਦ ਵੱਲ ਵੱਧ ਰਹੀ ਆ, ਉਹਨੂੰ ਰੋਕਣ ਦੀ ਬਹੁਤ ਜ਼ਰੂਰਤ ਹੈ। ਕਿਉਂਕਿ ਹੁਣ ਤੁਸੀਂ ਦੇਖੋ ਜਿਹੜਾ ਜਸਵੀਰ ਸਿੰਘ ਕਿਸਾਨਾਂ ਦਾ ਉਹਨਾਂ ਨੇ ਕੀ ਪੱਖ ਲੈਣਾ, ਕੀ ਫੈਸਲਾ ਲੈਣਾ, ਇਹ ਤਾਂ ਬਾਅਦ ਦੀਆਂ ਗੱਲਾਂ। ਜਿਹੜੇ ਬੰਦਿਆਂ ਨੇ ਬੀਜੇਪੀ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਆ, ਬੀਜੇਪੀ ਨੇ ਤਾਂ ਉਹਨਾਂ ਦੇ ਵੀ ਪਰ ਕੁਤਰੇ ਨੇ, ਜਿਹਦੇ ਵਿੱਚ ਹੁਣ ਪ੍ਰਿਯੰਕਾ ਗਾਂਧੀ ਮੇਨਕਾ ਗਾਂਧੀ ਦੇਖੋ, ਮੇਨਕਾ ਗਾਂਧੀ ਦਾ ਬੇਟਾ ਵਰਨ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਨੇ, ਇਸੇ ਤਰ੍ਹਾਂ ਚੌਧਰੀ ਬਰਿੰਦਰ ਸਿੰਘ ਨੇ, ਜਿਹੜੇ ਬੰਦਿਆਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਜਾਂ ਕਿਸਾਨੀਆਂ ਦੀ ਗੱਲ ਕੀਤੀ ਆ, 3 ਖੇਤੀ ਕਾਨੂੰਨ ਦੇ ਖਿਲਾਫ ਬੋਲੇ ਨੇ, ਕਿਸਾਨੀ ਸੰਘਰਸ਼ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ, ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਉਹਦੇ ਨਾਲ ਫੈਸਲਾ ਕਰਨ ਲਈ ਗੱਲ ਕੀਤੀ ਆ, ਉਹਨਾਂ ਨੂੰ ਜਿਹੜੀ ਨੈਸ਼ਨਲ ਕਾਰਜਕਾਰਨੀ ਉਹਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਪਿਛਲੇ ਜਿਹੜਾ ਸਮਾਂ ਆਇਆ ਤੇ ਉਹਦੇ ਵਿੱਚ ਮੇਨਕਾ ਗਾਂਧੀ ਉਹਨਾਂ ਨੇ, ਵਰਨ ਗਾਂਧੀ ਨੇ ਤੇ ਚੌਧਰੀ ਬਰਿੰਦਰ ਤਾਂ ਸਰੇਆਮ ਜਿਹੜੀਆਂ 2-3 ਕਾਨਫਰੰਸਾਂ ਵੀ ਹੋਈਆਂ ਪਿਛਲੇ ਦਿਨਾਂ ਦੇ ਵਿੱਚ। ਇਨੈਲੋ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਆਪਣਾ ਓਮ ਪ੍ਰਕਾਸ਼ ਚਟਾਲਾ ਜੀ ਹੋਰਾਂ ਨੇ ਤੇ ਜਿਹੜੇ ਉਹਨਾਂ ਦੇ ਬੇਟੇ ਆ ਅਵੇ ਚਟਾਲਾ, ਉਹਨਾਂ ਨੇ ਉੱਥੇ ਇੱਕ ਕਾਨਫਰੰਸ ਕੀਤੀ ਹੈ। ਉਹਦੇ ਵਿੱਚ ਵੀ ਉਹ ਜਾ ਕੇ ਬੋਲ ਕੇ ਨੇ, ਕਿਸਾਨੀ ਦੀ ਗੱਲ ਕਰਕੇ ਆਏ ਨੇ, ਪਰ ਉਹਨਾਂ ਨੂੰ ਹੁਣ ਨੈਸ਼ਨਲ ਕਾਰਜਕਾਰਨੀ ਤੋਂ ਬਾਹਰ ਕਰ ਦਿੱਤਾ ਗਿਆ, ਜਿਸ ਤੋਂ ਸਾਫ਼ ਤੇ ਸਪਸ਼ਟ ਸੰਕੇਤ ਇਹ ਮਿਲਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਜਿਹੜੀ ਬਾਕੀ ਦੀ ਲੀਡਰਸ਼ਿਪ ਆ ਉਹ ਨਹੀਂ ਚਾਹੁੰਦੀ ਕਿ ਕੋਈ ਕਿਸਾਨੀ ਮਸਲੇ ਦਾ ਹੱਲ ਨਿਕਲੇ ਜਾਂ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਣ ਵਾਲਾ ਬੀਜੇਪੀ ਦੇ ਰਹੇ। ਉਹਨਾਂ ਦਾ ਬੰਨ ਨਿਕਾਤੀ ਏਜੰਡਾ ਜਿਹੜਾ ਕਿਸਾਨੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਢਾਹ ਲਾਉਣੀ ਤੇ ਕਾਰਪੋਰੇਟ ਹੱਕ ਦੇ ਵਿੱਚ ਭੁਗਤਣਾ। ਇਹਨਾਂ ਦਾ ਇੱਕ ਇਹ ਹੈ, ਜੇਕਰ ਕਿਸਾਨੀ ਪ੍ਰਤੀ ਸਰਕਾਰ ਗੰਭੀਰ ਹੁੰਦੀ ਤਾਂ ਜਿਹੜੇ ਉਹ ਆਗੂ ਸੀਗੇ ਬੀਜੇਪੀ ਦੇ ਵੱਡੇ ਆਗੂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ, ਕਿਸਾਨਾਂ ਦੇ ਹੱਕ ਦੇ ਵਿੱਚ ਬੋਲਦੇ ਨੇ, ਖੇਤੀ ਬਿੱਲਾਂ ਦੇ ਖਿਲਾਫ ਬੋਲਦੇ ਨੇ, ਤਾਂ ਉਹਨਾਂ ਨੂੰ ਵੀ ਬੀਜੇਪੀ ਲੀਡਰਸ਼ਿਪ ਕਹਿ ਸਕਦੀ ਕਿ ਤੁਸੀਂ ਵਿੱਚ ਬੈਠ ਕੇ ਸਮਝੌਤਾ ਕਰਾਉਣ ਦਾ ਯਤਨ ਕਰੋ। ਪਰ ਇਹਨਾਂ ਗੱਲਾਂ ਤੋਂ ਸਾਫ਼ ਤੇ ਸਪਸ਼ਟ ਸੰਕੇਤ ਮਿਲਦਾ ਹੈ ਕਿ ਬੀਜੇਪੀ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਕਰਨ ਨੂੰ ਤਿਆਰ ਨਹੀਂ। ਇਸੇ ਕਰਕੇ ਤੁਸੀਂ ਦੇਖੋ ਜਨਵਰੀ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਦੇ ਨਾਲ ਕਿਸੇ ਤਰ੍ਹਾਂ ਵੀ ਜਿਹੜਾ ਸੰਵਾਦ ਨਹੀਂ ਰਚਾਇਆ, ਕੋਈ ਗੱਲਬਾਤ ਨਹੀਂ ਕੀਤੀ। ਕਿਸਾਨ ਖੁਦ ਕਹਿ ਚੁੱਕੇ ਨੇ ਕਿ ਸਾਡੇ ਨਾਲ ਜਿਹੜਾ ਸੰਵਾਦ ਕਰੋ, ਅਸੀਂ ਤਿਆਰ ਨੇ। ਉਹਨਾਂ ਨੇ ਚਿੱਠੀ ਵੀ ਲਿਖੀ ਆ, ਪਰ ਇਸ ਚਿੱਠੀ ਦਾ ਵੀ ਸਾਡੇ ਪ੍ਰਧਾਨ ਮੰਤਰੀ ਤੇ, ਕੇਂਦਰੀ ਗ੍ਰਹਿ ਮੰਤਰੀ ਤੇ, ਕੇਂਦਰੀ ਖੇਤੀਬਾੜੀ ਮੰਤਰੀ ਤੇ, ਫੂਡ ਸਪਲਾਈ ਮੰਤਰੀ ਤੇ ਕੋਈ ਜਾਂ ਬੀਜੇਪੀ ਦੀ ਹੋਰ ਲੀਡਰਸ਼ਿਪ ਤੇ ਕੋਈ ਅਸਰ ਨਹੀਂ ਹੋਇਆ।
ਹਾਂ ਸਰ, ਆਪਣਾ ਜੋ ਪੰਜਾਬ ਦੀ ਕਾਟਨ ਬੈਲਟ ਸੀ ਉੱਥੇ ਪਿਛਲੇ ਦਿਨੀ ਕਾਫੀ ਨੁਕਸਾਨ ਹੋ ਗਿਆ ਗੁਲਾਬੀ ਸੁੰਡੀ ਕਰਕੇ, ਤਾਂ ਉਸੇ ਚੀਜ਼ ਨੂੰ ਲੈ ਕੇ ਉਸਦੇ ਮੁਆਵਜ਼ੇ ਵਾਸਤੇ ਕਿਸਾਨਾਂ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਘਿਰਾਓ ਕੀਤਾ ਗਿਆ ਸੀ। ਤੇ ਕੱਲ ਉਹਨਾਂ ਨੇ ਕਾਫੀ ਜਦੋਜਹਿਦ ਤੋਂ ਬਾਅਦ ਉੱਥੇ ਬੈਰੀਕੇਡ ਵੀ ਤੋੜਤੇ, ਅੱਗੇ ਵੀ ਵੱਧ ਗਏ, ਤੇ ਉਸ ਤੋਂ ਬਾਅਦ ਹੁਣ ਕੁਝ ਫੈਸਲੇ ਵੀ ਆਏ ਨੇ, ਤੇ ਉਹ ਸਭ ਕੀ ਨੇ ਮਤਲਬ ਕਿ? ਦੇਖੋ, ਇਹ ਗੱਲ ਕੁਦਰਤੀ ਆ ਕਿ ਜਿਹੜੀ ਨਰਮਾ ਪੱਟੀ ਦੇ ਜਿਹੜੀ ਆਪਾਂ ਕਹਿੰਦੇ ਆ ਬਠਿੰਡਾ ਗਿੱਦੜਬਾਹਾ ਦੀ ਜਿਹੜੀ ਬੈਲਟ ਆ, ਜਿਹਨੂੰ ਨਰਮਾ ਪੱਟੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਉੱਥੇ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਹੈ। ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ। ਕਈ ਖਾਸ ਕਰਕੇ ਉਹਨਾਂ ਕਿਸਾਨਾਂ ਦਾ ਤੇ ਵੱਡੀ ਮਾਰ ਪਈ ਆ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲੈ ਕੇ ਉੱਥੇ ਨਰਮਾ ਬੀਜਿਆ ਹੋਇਆ ਸੀਗਾ। ਨਰਮੇ ਨੇ ਜਿਹੜੀ ਸੁੰਡੀ ਪਈ ਆ ਉਹਨੇ ਬਿਲਕੁਲ ਨਰਮਾ ਤਬਾਹ ਕਰ ਦਿੱਤਾ। ਉਹਨਾਂ ਨੂੰ ਇਸੇ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਉਹ ਆਪਣਾ ਠੇਕੇ ਦੀ ਜਿਹੜੀ ਭਰਪਾਈ ਆ ਉਹ ਕਿਵੇਂ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਆਪਣੇ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਖੇਤੀਬਾੜੀ ਮੰਤਰੀ ਉੱਥੇ ਜਾ ਕੇ ਆਏ ਨੇ, ਮੌਕਾ ਦੇਖ ਕੇ ਆਏ ਨੇ। ਉਹਨਾਂ ਨੇ ਭਰੋਸਾ ਵੀ ਦਿੱਤਾ ਹੈ ਤੇ ਸਪੈਸ਼ਲ ਜਿਹੜੀ ਗਿਰਦਾਵਰੀ ਆ ਉਹ ਪੰਜਾਬ ਸਰਕਾਰ ਵੱਲੋਂ ਕਰਵਾਈ ਵੀ ਜਾ ਰਹੀ ਹੈ। ਬੀਤੇ ਕੱਲ੍ਹ ਹੀ ਉਹਨਾਂ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਫਿਰ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਸੀ ਕਿ ਇਹਨੂੰ ਜਿਹੜੀ ਸਮਾਂਬੱਧ ਜਿਹੜੀ ਗਿਰਦਾਵਰੀ ਆ ਉਹ ਕੀਤੀ ਜਾਣੀ ਚਾਹੀਦੀ ਆ, ਤਾਂ ਕਿ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਉਹ ਦਿੱਤਾ ਜਾ ਸਕੇ। ਹੁਣ ਚਲੋ ਜਿੰਨਾ ਮੁਆਵਜ਼ਾ ਬਣ ਜੂਗਾ ਸਰਕਾਰ ਕੁਝ ਹੱਦ ਤੱਕ ਦੇ ਦੇਵੇਗੀ, ਪਰ ਜਿਹੜੀ ਉਹਨਾਂ ਦੀ ਭਰਪਾਈ ਆ, ਜੋ ਨੁਕਸਾਨ ਹੋਇਆ ਉਹਦੀ ਪੂਰਤੀ ਕਰਨਾ ਬਹੁਤ ਔਖਾ ਹੈ। ਕਿਸਾਨ ਲੰਬੇ ਸਮੇਂ ਤੋਂ ਬਹੁਤ ਘਾਟਾ ਸਹਿ ਰਿਹਾ ਹੈ। ਇਹ ਪਹਿਲੀ ਵਾਰੀ ਨਹੀਂ ਹੋਇਆ ਵੀ ਕਪਾਹ 'ਤੇ ਹਮਲਾ ਹੋਵੇ। ਪਿਛਲੀ ਵਾਰੀ ਵੀ ਜਦੋਂ ਪਿਛਲੀ ਸਰਕਾਰ ਸੀਗੀ, ਕਈ ਤਰ੍ਹਾਂ ਦੀਆਂ ਜਿਹੜੀਆਂ ਦਵਾਈਆਂ, ਪੈਸਟੀਸਾਈਡ ਦੀ ਦਵਾਈਆਂ ਜਾਂ ਨਕਲੀ ਬੀਜ ਆ, ਉਹ ਮਾਰਕੀਟ ਦੇ ਵਿੱਚ ਆਏ ਸੀਗੇ। ਤਰ੍ਹਾਂ ਦੇ ਜਿਹੜੀ ਕਿਸਾਨੀ 'ਤੇ ਹਮਲੇ ਆ ਜਿਹੜੇ ਉਹ ਕਾਰਪੋਰੇਟ ਘਰਾਣਿਆਂ ਵੱਲੋਂ ਜਾਂ ਵੱਡੀਆਂ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਨੇ। ਕਦੇ ਕਿਸਾਨਾਂ ਨੂੰ ਨਕਲੀ ਬੀਜ ਵੇਚਿਆ ਜਾਂਦਾ ਹੈ, ਕਦੇ ਨਕਲੀ ਪੈਸਟੀਸਾਈਡ ਵੇਚੀਆਂ ਜਾਂਦੀਆਂ। ਇਸ ਮਾਮਲੇ ਵਿੱਚ ਕਿਸੇ ਵੀ ਸਰਕਾਰ ਨੇ ਸਹੀ ਮਿਹਨਤ 'ਚ ਸਹੀ ਜਾਂਚ ਨਹੀਂ ਕੀਤੀ। ਤੁਸੀਂ ਦੇਖਿਆ ਹੋਣਾ, ਇੱਕ ਜਿਹੜਾ ਪਿੱਛੇ ਜਾਂ ਤਤਕਾਲੀ ਇੱਕ ਡਾਇਰੈਕਟਰ ਸੀਗਾ, ਉਹਦੀ ਮਿਲੀ ਭੁਗਤ ਵੱਡੀ ਪੱਧਰ 'ਤੇ ਸਾਹਮਣੇ ਆਈ ਸੀ ਨਕਲੀ ਦਵਾਈਆਂ ਦੇ ਮਾਮਲੇ 'ਚ, ਨਕਲੀ ਖਾਦਾਂ ਦੇ ਮਾਮਲੇ ਵਿੱਚ। ਉਹਦੇ ਵਿੱਚ ਫਿਰ ਉਹਦੇ ਪਰ ਪਰਚਾ ਵੀ ਦਰਜ ਹੋਇਆ, ਪਰ ਉਦੋਂ ਦੀ ਸਰਕਾਰ ਨੇ ਉਹਨੂੰ ਹਰ ਹਿੱਲਾ ਬਚਾਉਣ ਦਾ ਯਤਨ ਕੀਤਾ ਗਿਆ। ਇਹ ਇੱਕ ਬਹੁਤ ਵੱਡਾ ਨੈਕਸਸ ਚੱਲ ਰਿਹਾ ਦਵਾਈਆਂ ਨੂੰ ਲੈ ਕੇ, ਬੀਜਾਂ ਨੂੰ ਲੈ ਕੇ। ਇਹਨੂੰ ਤੋੜਨ ਦੀ ਜ਼ਰੂਰਤ ਹੈ। ਕਿਸਾਨੀ ਨੂੰ ਜਿਹੜੀ ਸੰਭਾਲਣ ਦੀ ਜ਼ਰੂਰਤ ਹੈ, ਕਿਸਾਨਾਂ ਨੂੰ ਸੰਭਾਲਣ ਦੀ ਜ਼ਰੂਰਤ ਆ। ਇਹ ਬਹੁਤ ਵੱਡਾ ਗੰਭੀਰ ਮਾਮਲਾ ਹੈ। ਜਿਹੜੇ ਲੋਕ ਨਕਲੀ ਦਵਾਈਆਂ ਵੇਚਦੇ ਨੇ, ਜਿਹੜੇ ਲੋਕ ਨਕਲੀ ਬੀਜ ਵੇਚਦੇ ਨੇ, ਉਹਨਾਂ ਦੇ ਪਰ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ। ਪਰ ਗੁਲਾਬੀ ਸੁੰਡੀ ਬਾਰੇ ਜਿਹੜੇ ਮਾਹਰ ਨੇ ਉਹ ਇਹ ਦੱਸ ਰਹੇ ਨੇ ਕਿ ਜਿਹੜਾ ਇਹ ਹਮਲਾ ਹੈ, ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਬਾਰ-ਬਾਰ ਬਾਰਿਸ਼ ਹੋਈ ਆ, ਮੀਂਹ ਪਿਆ, ਇਹ ਉੱਥੇ ਨਮੀ ਰਹੀ ਆ। ਨਮੀ ਹੋਣ ਕਰਕੇ ਜਿਹੜਾ ਗੁਲਾਬੀ ਸੁੰਡੀ ਨੇ ਇਹ ਹਮਲਾ ਕੀਤਾ। ਹੁਣ ਉੱਥੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਮਨਪ੍ਰੀਤ ਬਾਦਲ ਦੇ ਜਿਹੜਾ ਘਰ ਦਾ ਘਿਰਾਓ ਵੀ ਕੀਤਾ ਗਿਆ, ਕਿਉਂਕਿ ਮਨਪ੍ਰੀਤ ਬਾਦਲ ਜਿਹੜੇ ਸਰਕਾਰ ਦੇ ਵਿੱਚ ਵਿੱਤ ਮੰਤਰੀ ਨੇ, ਉਹਨਾਂ ਦਾ ਵੀ ਮੁੱਖ ਮੰਤਰੀ ਤੋਂ ਬਾਅਦ ਵੱਡਾ ਇੱਕ ਰੋਲ ਹੁੰਦਾ, ਜਿਨ੍ਹਾਂ ਨੇ ਪੂਰਾ ਫਾਈਨਾਂਸ ਦਾ ਕੰਮ ਦੇਖਣਾ ਹੁੰਦਾ ਹੈ ਤੇ ਫਾਈਨਾਂਸ ਆ ਜਿਹੜਾ ਜਾਂ ਵਿੱਤ ਦੇ ਜਿਹੜੇ ਫੈਸਲੇ ਲੈ ਕੇ ਪੈਸੇ ਆ ਜਿਹੜੇ ਉਹਨਾਂ ਦੀ ਵੰਡ ਕਰਨੀ ਹੁੰਦੀ। ਇਸ ਕਰਕੇ ਉਹਨਾਂ ਨੇ ਧਰਨਾ ਦਿੱਤਾ, ਕਿਉਂਕਿ ਹੁਣ ਅੱਗੇ ਚੋਣਾਂ ਵੀ ਹੈਗੀਆਂ ਨੇ। ਕਈ ਧਰਨੇ ਦਿੱਤੇ ਜਾਂਦੇ ਨੇ, ਕਈ ਧਰਨੇ ਦਵਾਏ ਵੀ ਜਾਂਦੇ ਨੇ, ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਉਹ ਸਾਹਮਣੇ ਆਉਂਦੀਆਂ ਨੇ। ਹਾਂ ਸਰ, ਗੱਲ ਕਰਦੇ ਹਾਂ ਆਪਣੀ ਜੋ ਪੰਥਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਉਸਦੇ ਜੋ ਪ੍ਰਧਾਨ ਹੈ ਸੁਖਬੀਰ ਸਿੰਘ ਬਾਦਲ, ਜੋ ਆਪਣੇ ਆਪ ਨੂੰ ਅੰਮ੍ਰਿਤਧਾਰੀ ਸਿੱਖ ਵੀ ਕਹਿੰਦੇ ਨੇ। ਤੇ ਜੇਕਰ ਅਸੀਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਮੂਰਤੀ ਪੂਜਾ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਸੇ ਹੋਰ ਦੇ ਅੱਗੇ ਜਾ ਕੇ ਨਤਮਸਤਕ ਹੋਣਾ, ਇਹ ਸਭ ਚੀਜ਼ਾਂ ਜੋ ਨੇ ਨਹੀਂ ਹੁੰਦੀਆਂ। ਪਰ ਆਪਣੇ ਜੋ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਵੱਲੋਂ ਕੱਲ ਮਾਤਾ ਚਿੰਤਪੁਰਨੀ ਦੇ ਗਏ ਨੇ, ਉੱਥੇ ਜਾ ਕੇ ਆਰਤੀ ਵਗੈਰਾ ਵੀ ਕੀਤੀ ਗਈ ਹੈ। ਤਾਂ ਇਸ ਨੂੰ ਸਿਆਸੀ ਤੌਰ ਉੱਤੇ ਜੋੜ ਕੇ ਕਿਵੇਂ ਦੇਖਦੇ ਹੋ ਕਿ ਇਹ ਮਤਲਬ ਕਿ ਇੱਕ ਸਿਆਸੀ ਵੋਟਾਂ ਕਰਕੇ ਸਭ ਕੁਝ ਕੀਤਾ ਜਾ ਰਿਹਾ? ਦੇਖੋ ਜਸਵੀਰ ਸਿੰਘ, ਗੱਲਾਂ ਦੋ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਧਰਮ ਆ ਉਹ ਬੰਦੇ ਦਾ ਇੱਕ ਨਿੱਜੀ ਮਸਲਾ। ਸਾਡਾ ਜਿਹੜਾ ਸੰਵਿਧਾਨ ਆ, ਬਾਬਾ ਸਾਹਿਬ ਡਾਕਟਰ BR ਅੰਬੇਦਕਰ ਨੇ ਲਿਖਿਆ, ਉਹ ਕਹਿੰਦਾ ਹੈ ਕਿ ਜਿਹੜਾ ਧਰਮ, ਕਿਹੜੇ ਵਿਅਕਤੀ ਨੇ ਕਿਸ ਧਰਮ ਨੂੰ ਮੰਨਣਾ ਹੈ, ਕਿੱਥੇ ਜਾਣਾ, ਉਹ ਉਸ ਦਾ ਨਿੱਜੀ ਅਧਿਕਾਰ ਆ। ਉਹਦੇ 'ਚ ਕਿਸੇ ਨੂੰ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਜਿੱਥੇ ਤੱਕ ਤੁਸੀਂ ਸਿੱਖ ਧਰਮ ਦੀ ਗੱਲ ਕੀਤੀ ਆ ਵੀ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਅਕਾਲ ਤਖਤ ਸਾਹਿਬ ਵੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਜਿਹੜੀ ਪੰਥਕ ਜਮਾਤ ਨੇ, ਉਹਦੇ ਮੁਤਾਬਕ ਸਿੱਖ ਧਰਮ ਦੇ ਵਿੱਚ ਇੱਕ ਇਹ ਸਿੱਧਾ ਸੰਕੇਤ ਜ਼ਰੂਰ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਤੁਸੀਂ ਹੋਰ ਪਾਸੇ ਕਿਸੇ ਮੜੀ ਮਸਾਨ ਨਹੀਂ ਪੁੱਜਣੀ ਜਾਂ ਕਿਸੇ ਮੂਰਤੀ ਪੂਜਾ ਨਹੀਂ ਕਰਨੀ। ਇਹ ਉਹਦੇ ਵਿੱਚ ਵਰਜਿਤ ਹੈਗੀ ਹੈ ਸਿੱਖ ਧਰਮ ਦੇ ਵਿੱਚ। ਪਰ ਇੱਥੇ ਇਹ ਮਾਮਲਾ ਕਿਤੇ ਨਾ ਕਿਤੇ ਪੋਲੀਟੀਕਲ ਲੋਕਾਂ ਨਾਲ ਜੁੜਿਆ ਹੋਇਆ ਹੈਗਾ। ਜਦੋਂ ਤੁਸੀਂ ਪੋਲੀਟੀਕਲ ਲੋਕ ਵਿਅਕਤੀ ਬਣ ਜਾਂਦੇ ਆ
ਤੁਸੀਂ ਸਿਆਸੀ ਤੌਰ ਤੇ ਆ ਜਾਂਦੇ ਆ, ਤਾਂ ਤੁਸੀਂ ਜਦੋਂ ਤੁਸੀਂ ਕਿਸੇ ਸੰਵਿਧਾਨਕ ਅਹੁਦੇ ਤੇ ਰਹਿ ਜਾਂਦੇ ਆ, ਤਾਂ ਉਦੋਂ ਤੁਸੀਂ ਇੱਕ ਸਹੁੰ ਚੁੱਕਦੇ ਆ ਕਿ ਉਹ ਬਿਨਾਂ ਭੇਦ ਭਾਵ ਤੋਂ ਸਾਰੇ ਧਰਮਾਂ ਦਾ ਸਤਿਕਾਰ ਕਰਨਗੇ ਤੇ ਬਿਨਾਂ ਕਿਸੇ ਭੇਦ ਭਾਵ ਤੋਂ, ਬਿਨਾਂ ਕਿਸੇ ਧਾਰਮਿਕ ਜਿਹੜੀਆਂ ਰੋਕਾਂ ਉਹ ਤੋਂ ਉੱਪਰ ਜਾ ਕੇ ਉਹ ਸਮਾਜ ਦੀ ਸੇਵਾ ਕਰਨਗੇ। ਇਸ ਕਰਕੇ ਜੇ ਤੁਸੀਂ ਉਸ ਰੂਪ ਦੇ ਵਿੱਚ ਦੇਖੋ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੇ ਕੋਈ ਵੱਡੀ ਗਲਤੀ ਨਹੀਂ ਕੀਤੀ। ਜੇ ਉਹਨੂੰ ਆਪਾਂ ਸਮਾਜਿਕ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਦੇਖੀਏ, ਜੇ ਇਹਨੂੰ ਤੁਸੀਂ ਧਾਰਮਿਕ ਤੌਰ ਤੇ ਦੇਖੀਏ, ਸਿਰਫ ਵੀ ਸਿੱਖ ਧਰਮ ਦੇ ਰਵਾਇਤਾਂ ਦੇ ਮੁਤਾਬਕ ਦੇਖੀਏ, ਤਾਂ ਕਿਤੇ ਨਾ ਕਿਤੇ ਉਹਨਾਂ ਦੀ ਫਿਰ ਗਲਤੀ ਹੋ ਸਕਦੀ ਆ। ਵੈਸੇ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਹੈ, ਗੱਲ ਕਹਿ ਵੀ ਦੇਣੀ ਚਾਹੀਦੀ ਹੈ ਖੁੱਲ੍ਹੇ ਰੂਪ ਦੇ ਵਿੱਚ ਕਿ ਧਰਮ ਆ ਜਿਹੜਾ ਬੰਦੇ ਦਾ ਆਜ਼ਾਦੀ ਦਿੰਦਾ, ਤੇ ਖਾਸ ਕਰਕੇ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਜਾਂ ਡਿਪਟੀ ਉਪ ਮੁੱਖ ਮੰਤਰੀ ਬਣਨਾ, ਜਿਵੇਂ ਪਹਿਲਾਂ ਉਪ ਮੁੱਖ ਮੰਤਰੀ ਰਹੇ ਨੇ, ਕਿ ਸਾਡਾ ਜਿਹੜਾ ਸੰਵਿਧਾਨ ਆ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਆਗਿਆ ਦਿੰਦਾ। ਇਸ ਕਰਕੇ ਉਹ ਉੱਥੇ ਗਏ ਨੇ, ਜਿਨ੍ਹਾਂ ਦੇ ਨਾਲ ਹੋਰ ਵੀ ਜਿਹੜੇ ਹਿੰਦੂ ਲੀਡਰ ਗਏ ਨੇ। ਇਸ ਕਰਕੇ ਉਹ ਸਾਰਾ ਕੁਛ ਆ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹਿੰਦੂ ਵੋਟ ਬੈਂਕ ਆ ਉਹਨੂੰ ਕੈਪਚਰ ਕਰਨ ਵਾਸਤੇ, ਉਹਨਾਂ ਦਾ ਸਿਆਸੀ ਲਾਹਾ ਲੈਣ ਵਾਸਤੇ ਗਏ ਨੇ। ਜਿਵੇਂ ਤੁਸੀਂ ਕਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਿਤੇ ਨਾ ਕਿਤੇ ਸਾਰਾ ਮਾਮਲਾ ਸਿਆਸੀ ਜਿਹੜੇ ਹਿੱਤ ਆ ਉਹਨਾਂ ਨਾਲ ਵੀ ਜੁੜਿਆ ਹੋਇਆ। ਇਹ ਗੱਲ ਸੁਖਬੀਰ ਬਾਦਲ ਨੂੰ ਮੰਨ ਲੈਣੀ ਚਾਹੀਦੀ ਆ। ਪਰ ਨਾਲ ਦੀ ਨਾਲ ਇੱਕ ਗੱਲ ਜ਼ਰੂਰ ਆ ਕਿ ਇਹ ਸਾਨੂੰ ਦੂਜਿਆਂ ਤੇ ਵੀ ਜਿਹੜੇ ਦੋਸ਼ ਲਾਉਣ ਤੋਂ ਬਚਣਾ ਚਾਹੀਦਾ ਹੈ ਕਿ ਫਲਾਣਾ ਬੰਦਾ ਉੱਥੇ ਜਾਂਦਾ, ਮੂਰਤੀ ਪੂਜਦਾ, ਡੇਰੇ ਦੇ ਵਿੱਚ ਜਾਂਦਾ, ਜਾਂ ਇਹ ਕਰਦਾ ਉਹ ਕਰਦਾ। ਖਾਸ ਕਰਕੇ ਕਈ ਅਕਾਲੀ ਆਗੂ ਆ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਰ ਜਾਂ ਹੋਰਾਂ ਪਰ ਦੋਸ਼ ਲਾਉਂਦੇ ਨੇ ਕਿ ਇਹ ਉੱਥੇ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਇਹਨਾਂ ਦੇ ਨਵਜੋਤ ਸਿੱਧੂ ਜਾਂ ਹੋਰਾਂ ਪਰ ਇਹ ਦੋਸ਼ ਲਾਉਂਦੇ ਨੇ ਅਕਾਲੀ ਲੀਡਰ, ਤਾਂ ਜਿਹੜੀਆਂ ਸੋਸ਼ਲ ਮੀਡੀਆ ਪਰ ਤਾਂ ਇੱਕਦਮ ਜਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ, ਬੀਬਾ ਹਰਸਿਮਰਤ ਕੌਰ ਬਾਦਲ ਦੀਆਂ, ਸੁਖਬੀਰ ਸਿੰਘ ਬਾਦਲ ਸਮੇਤ ਹੋਰ ਲੀਡਰਾਂ ਦੀਆਂ ਜਿਹੜੀਆਂ ਅਲੱਗ-ਅਲੱਗ ਜਿਹੜੇ ਉਹ ਡੇਰਾਧਾਰੀ ਗੁਰੂ ਰਹੇ ਨੇ, ਆਪਣੇ ਆਪ ਨੂੰ ਕਹਾਉਂਦੇ ਨੇ ਡੇਰਾਧਾਰੀ ਗੁਰੂ, ਉਹਨਾਂ ਦੀਆਂ ਫੋਟੋਆਂ ਵੀ ਜਨਤਕ ਹੋ ਜਾਂਦੀਆਂ। ਇਸ ਕਰਕੇ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੇ ਸਿਆਸੀ ਲੋਕ ਨੇ ਉਹ ਅਕਸਰ ਡੇਰਿਆਂ ਵਿੱਚ ਵੀ ਜਾਂਦੇ ਨੇ, ਜਾਂ ਜਿਹੜੇ ਹੋਰ ਧਾਰਮਿਕ ਸਥਾਨ ਨੇ ਉੱਥੇ ਵੀ ਜਾਂਦੇ ਨੇ। ਮੈਨੂੰ ਲੱਗਦਾ ਜਾਣੀ ਕਿ ਵਿਅਕਤੀ ਜਾਂ ਮਨੁੱਖਤਾ ਦੇ ਹਿਸਾਬ ਨਾਲ ਉਹ ਕੋਈ ਵੱਡੀ ਗਲਤੀ ਆ ਜਿਹੜੀ ਨਹੀਂ ਕਰਦੇ। ਔਰ ਇਹ ਗੱਲ ਸਾਨੂੰ ਖੁੱਲ੍ਹ ਕੇ ਮੰਨ ਲੈਣੀ ਚਾਹੀਦੀ ਆ ਕਿ ਅਸੀਂ ਆ ਜਿਹੜੇ ਧਰਮ ਨਿਰਪੱਖ ਹੋਣ ਦੇ ਨਾਤੇ ਅਸੀਂ ਸਾਰੀ ਜਗ੍ਹਾ ਜਾਂਦੇ ਹਾਂ। ਸਾਨੂੰ ਕੱਟੜਤਾ ਦੇ ਵਿੱਚ ਆ ਜਿਹੜਾ ਉਹ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ। ਪਰ ਇੱਕ ਗੱਲ ਜ਼ਰੂਰ ਹੈ ਕਿ ਸਾਨੂੰ ਦੂਜੇ ਪਰ ਉਂਗਲੀ ਚੁੱਕਣ ਤੋਂ ਵੀ ਬਚਣਾ ਚਾਹੀਦਾ। ਹਾਂ ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜਨ ਲਈ। ਸੋ ਅੱਜ ਦੇ ਲਈ ਸਪੈਸ਼ਲ ਰਿਪੋਰਟ ਦੇ ਵਿੱਚ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਧੰਨਵਾਦ।